ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਗੁਰਮਲਕੀਅਤ ਸਿੰਘ ਕਾਲੂ ਦੁਆਰਾ ਲਿਖੀ ਗਈ ਕਹਾਣੀ ਰਾਜਾ ਰਾਣੀ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ, ਅਤੇ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਉਸ ਦਿਨ ਅਖਬਾਰ ਵਿੱਚ ਕਿਸੇ ਦੀਆਂ ਫੋਟੋਆਂ ਸਮੇਤ ਉਸ ਵੱਲੋਂ ਗੱਡੀ ਸਫਲਤਾ ਦੇ ਝੰਡਿਆਂ ਬਾਰੇ ਲੇਖ ਛਪਿਆ ਸੀ। ਦੱਸਿਆ ਗਿਆ ਸੀ ਕਿ ਕਿੰਜ ਉਹ ਪਿੰਡ ਦੇ ਸਧਾਰਨ ਜਿਹੇ ਪਰਿਵਾਰ 'ਚ ਉੱਠ ਕੇ ਚੇਨਈ ਦੇ ਧਨਾਢ ਲੋਕਾਂ ਵਿੱਚ ਗਿਣਿਆ ਜਾਣ ਲੱਗਾ ਸੀ। ਉਸ ਦੇ ਸਿਰੜ ਸਿਦਕ-ਦਿਲੀ ਅਤੇ ਮਿਹਨਤ ਨੂੰ ਪ੍ਰਮਾਣ ਕੀਤਾ ਗਿਆ ਸੀ। ਇੱਛਾ ਹੋਈ ਕਿ ਉਹ ਉਸ ਬਾਰੇ ਜਾਣਕਾਰੀ ਲਵੇ। ਲੇਖ ਦੇ ਅਖੀਰ ਵਿੱਚ ਲੇਖਕ ਦਾ ਸੰਪਰਕ ਨੰਬਰ ਸੀ। ਫੋਨ ਲਾਇਆ ਅਤੇ ਹਾਲ-ਚਾਲ ਤੋਂ ਬਾਅਦ ਉਸ ਦੇ ਲੇਖ ਵਿਚਲੇ ਸਫਲ ਵਿਅਕਤੀ ਦਾ ਸੰਪਰਕ ਨੰਬਰ ਪੁੱਛਿਆ। ਲੇਖਕ ਨੇ ਦੱਸਿਆ ਕਿ ਉਸਨੂੰ ਇਹ ਜਾਣਕਾਰੀ ਅਤੇ ਫੋਟੋਆਂ ਬਟਾਲੇ ਦੀ ਸੇਵਾ ਮੁਕਤ ਅਧਿਆਪਿਕਾ ਰਾਜ ਰਾਣੀ ਨੇ ਦਿੱਤੀਆਂ ਸੀ। ਉਸਨੇ ਬੇਝਿਜਕ ਰਾਜ ਰਾਣੀ ਦਾ ਸੰਪਰਕ ਨੰਬਰ ਦੇ ਦਿੱਤਾ। ਰਾਜ ਰਾਣੀ ਨੂੰ ਕਈ ਵਾਰ ਫੋਨ ਕੀਤਾ, ਪਰ ਉਹ ਉਠਾਈ ਨਾ। ਇੱਕ ਵਾਰ ਤਾਂ ਸ਼ੱਕ ਹੋਇਆ ਕਿ ਨੰਬਰ ਸਹੀ ਵੀ ਆ। ਅਗਲੇ ਦਿਨ ਕਿਸੇ ਹੋਰ ਸਮੇਂ 'ਤੇ ਫੋਨ ਕੀਤਾ ਗਿਆ ਤਾਂ ਅੱਗੋਂ ਮਿੱਠੀ ਜਿਹੀ ਆਵਾਜ਼ ਵਿੱਚ ਹੈਲੋ ਸੁਣਾਈ ਦਿੱਤੀ। ਸ਼ਾਇਦ ਨੰਬਰ ਅਣਜਾਣ ਹੋਣ ਕਾਰਨ ਉਹ ਫੋਨ ਕਾਲ ਨਹੀਂ ਸੀ ਲੈ ਰਹੇ। ਮੈਂ ਪੈਂਦੀ ਸੱਟੇ ਆਪਣੀ ਪਹਿਚਾਣ ਅਤੇ ਕਾਲ ਦਾ ਮਕਸਦ ਦੱਸ ਕੇ ਉਹਨਾਂ ਦੀ ਝਿਜਕ ਦੂਰ ਕਰਨ ਦਾ ਯਤਨ ਕੀਤਾ, ਤਾਂ ਜੋ ਉਹਨਾਂ ਨੂੰ ਚੰਗਾ ਲੱਗੇ ਅਤੇ ਮੈਨੂੰ ਅਗਲੀ ਗੱਲ ਦੱਸਣੀ ਸੌਖੀ ਹੋ ਗਈ। ਕੰਟੀਨੈਂਟਲ ਹਸਪਤਾਲ ਦਾ ਨਾਂ ਸੁਣਦੇ ਹੀ ਮੈਡਮ ਸਮਝ ਗਏ ਅਤੇ ਕਹਿੰਦੇ ਕਿ ਸਾਰੀ ਕਹਾਣੀ ਦੱਸਣ ਲਈ ਖੁੱਲ੍ਹਾ ਸਮਾਂ ਚਾਹੀਦਾ। ਉਸ ਮੌਕੇ ਉਹ ਘਰ ਆਏ ਬੱਚਿਆਂ ਨੂੰ ਪੜ੍ਹਾ ਰਹੇ ਸੀ। ਕਹਿੰਦੇ ਵਿਹਲਾ ਸਮਾਂ ਮੇਰੇ ਲਈ ਮੁਸੀਬਤ ਬਣ ਜਾਂਦਾ, ਇਸ ਲਈ ਲੋੜਵੰਦ ਬੱਚਿਆਂ ਨੂੰ ਪੜ੍ਹਾਉਂਦਿਆਂ ਉਹਨਾਂ ਦੇ ਅੰਦਰ 4 ਅੱਖਰ ਪੈ ਜਾਂਦੇ ਨੇ ਅਤੇ ਮੇਰਾ ਸਮਾਂ ਸੌਖਾ ਲੰਘ ਜਾਂਦਾ। ਕਹਿੰਦੇ ਠੀਕ 3 ਘੰਟੇ ਬਾਅਦ ਵਿਹਲੀ ਹੋਵਾਂਗੀ, ਉਦੋਂ ਖੁੱਲ੍ਹ ਕੇ ਗੱਲ ਕਰ ਸਕਾਂਗੀ। ਉਸ ਨਾਲ ਗੱਲ ਕਰਕੇ ਮੇਰੇ ਮਨ ਵਿੱਚ ਸਫਲ ਵਿਅਕਤੀ ਦਾ ਅੰਕਸ਼ ਧੁੰਦਲਾ ਹੋ ਕੇ ਰਾਜ ਰਾਣੀ ਦੇ ਅੱਖਰਾਂ ਮੂਹਰੇ ਆ ਖੜਾ ਹੋਇਆ ਸੀ, ਜਿਸ ਕਾਰਨ ਮੇਰੇ ਮਨ 'ਚੋਂ ਫੋਨ ਸੰਪਰਕ ਦੀ ਥਾਂ ਉਸ ਮਹਾਨ ਜਾਪ ਦੀ ਸ਼ਖਸੀਅਤ ਨੂੰ ਨੇੜਿਓਂ ਦੀ ਤਾਂਘ ਪ੍ਰਬਲ ਹੋ ਗਈ ਸੀ। ਪਲਕ ਸੋਚਦੇ ਹੋਏ ਮੈਂ ਉਹਨਾਂ ਨੂੰ ਮਿਲਣ 'ਤੇ ਸਮਾਂ ਦੇਣ ਦੀ ਬੇਨਤੀ ਕਰ ਦਿੱਤੀ, ਜਿਸ ਨੂੰ ਉਹਨਾਂ ਨੇ ਬਿਨਾਂ ਝਿਜਕ ਮੰਨਦੇ ਹੋਏ ਅਗਲੇ ਦਿਨ ਦਾ ਸਮਾਂ ਦੇ ਕੇ ਘਰ ਦਾ ਵੀ ਪਤਾ ਵੀ ਦੱਸ ਦਿੱਤਾ ਸੀ। ਫੋਨ ਗੱਲਬਾਤ ਤੋਂ ਬਾਅਦ ਅਗਲੇ ਦਿਨ ਦੀ ਉਡੀਕ ਮੇਰੇ ਲਈ ਭਾਰੀ ਹੋਣ ਲੱਗੀ। ਖੈਰ ਰਾਤ ਬਿਤਾਈ ਅਤੇ 3 ਘੰਟੇ ਬੱਸ ਦੇ ਸਫ਼ਰ ਤੋਂ ਬਾਅਦ ਰਿਕਸ਼ਾ ਲੈ ਕੇ ਦਿੱਤੇ ਸਮੇਂ ਤੋਂ ਕੁਝ ਮਿੰਟ ਪਹਿਲਾਂ ਹੀ ਦਿੱਤੇ ਪਤੇ 'ਤੇ ਪੁੱਜ ਕੇ ਘੰਟੀ ਦਾ ਬਟਨ ਦਬਾ ਦਿੱਤਾ। ਦਰਵਾਜ਼ਾ ਖੁੱਲ੍ਹਦੇ ਹੀ ਦ੍ਰਿਸ਼ ਦੇਖ ਮੇਰੀਆਂ ਅੱਖਾਂ ਚੁੰਧਿਆ ਗਈਆਂ। ਚਿੱਟੇ ਲਿਬਾਸ ਵਿੱਚ ਸਹਿਜ ਤੇ ਸ਼ਾਂਤ ਚਿਹਰੇ ਵਾਲੀ ਦੇਵੀ ਦੋਵੇਂ ਹੱਥ ਜੋੜ ਮੇਰਾ ਸਵਾਗਤ ਕਰ ਰਹੀ ਸੀ। ਮੈਨੂੰ ਉਹ ਸਾਖਸਾਤ ਉਹੀ ਦੇਵੀ ਜਾਪੀ, ਜਿਸ ਦੀਆਂ ਤਸਵੀਰਾਂ ਸਾਡੇ ਵਿੱਚੋਂ ਕਈਆਂ ਦੇ ਘਰਾਂ ਵਿੱਚ ਕੰਧਾਂ 'ਤੇ ਲੱਗੀਆਂ ਹੁੰਦੀਆਂ ਨੇ। ਬੇਸ਼ੱਕ ਮੈਨੂੰ ਕਈ ਨਾਮੀ ਲੋਕਾਂ ਦੀ ਸੰਗਤ ਦੇ ਮੌਕੇ ਮਿਲਦੇ ਰਹੇ, ਪਰ ਆਪਣੇ ਆਪ ਨੂੰ ਬਦਭਾਗੇ ਮਹਿਸੂਸ ਕਰਨ ਦਾ ਅਹਿਸਾਸ ਜੋ ਉਸ ਮੌਕੇ ਮਨ ਵਿੱਚ ਆਇਆ, ਮੈਂ ਆਪਣੀਆਂ ਸਾਰੀਆਂ ਯਾਦਾਂ ਤਾਜ਼ੀਆਂ ਕਰਕੇ ਕਹਿ ਸਕਦਾ ਹਾਂ ਕਿ ਉਹ ਸਾਰੇ ਉਸ ਮੌਕੇ ਵਾਲੇ ਅਹਿਸਾਸ ਮੂਹਰੇ ਫਿੱਕੇ ਸਨ। ਖੁੱਲ੍ਹੇ ਵਰਾਂਡੇ ਤੋਂ ਅਗਲੇ ਕਮਰੇ ਵਿੱਚ ਬੈਠਣ ਲਈ ਕਹਿ ਕੇ ਉਹ ਰਸੋਈ 'ਚੋਂ ਕੁਝ ਖਾਣ ਪੀਣ ਵਾਲਾ ਸਮਾਨ ਲੈ ਆਏ। ਸਫ਼ਰ ਕਿੰਜ ਰਿਹਾ ਅਤੇ ਪ੍ਰਵਾਨ ਦੀ ਸੁੱਖ ਸਾਂਦ ਬਾਰੇ ਪੁੱਛਣ ਤੋਂ ਬਾਅਦ ਅਗਲੀ ਗੱਲਬਾਤ ਵਾਲਾ ਬਾਲ ਉਹਨਾਂ ਨੇ ਮੇਰੇ ਵੱਲ ਰੇੜ ਦਿੱਤਾ। ਕੱਲ੍ਹ ਵਾਲੀ ਗੱਲਬਾਤ ਅਤੇ ਉਸ ਦਿਨ ਵਾਲੇ ਵਿਹਾਰ ਤੋਂ ਬਾਅਦ ਮੇਰੇ ਮਨ 'ਚੋਂ ਉਸ ਸਫਲ ਵਿਅਕਤੀ ਬਾਰੇ ਜਾਣਨ ਦੀ ਇੱਛਾ ਪ੍ਰਬਲ ਹੋ ਗਈ ਸੀ। ਸੋਚ ਰਿਹਾ ਸੀ ਕਿ ਉਸ ਸਫਲ ਵਿਅਕਤੀ ਦੀ ਥਾਂ ਕਿਉਂ ਨਾ ਪਹਿਲਾਂ ਉਸ ਦੇਵੀ ਬਾਰੇ ਹੀ ਜਾਣਿਆ ਜਾਵੇ ਅਤੇ ਲਿਖਿਆ ਜਾਵੇ, ਜਿਸ ਤੋਂ ਸਿੱਖਿਆ ਲੈ ਕੇ ਕਈ ਹੋਰਾਂ ਨੇ ਵੀ ਸਫਲਤਾ ਦੀਆਂ ਟੀਸੀਆਂ ਜ਼ਰੂਰ ਛੂਹੀਆਂ ਹੋਣਗੀਆਂ। ਉਹ ਕੰਟੀਨੈਂਟਲ ਵਾਲੇ ਸਫਲ ਵਿਅਕਤੀ ਦੀ ਗੱਲ ਛੇੜਨ ਹੀ ਲੱਗੇ ਸੀ ਕਿ ਮੈਨੂੰ ਕਹਿਣਾ ਪਿਆ ਕਿ ਆਇਆ ਤਾਂ ਮੈਂ ਉਸ ਬਾਰੇ ਜਾਣਨ ਲਈ ਹੀ ਸੀ, ਪਰ ਤੁਹਾਨੂੰ ਮਿਲ ਕੇ ਮੇਰਾ ਇਰਾਦਾ ਬਦਲ ਗਿਆ ਹੈ ਅਤੇ ਮੈਂ ਸੋਚ ਰਿਹਾ ਹਾਂ ਕਿ ਕਿਉਂ ਨਾ ਪੱਤਿਆਂ ਤੋਂ ਪਹਿਲਾਂ ਜੜ ਫੜੀ ਜਾਏ। ਮੇਰਾ ਇਸ਼ਾਰਾ ਸਮਝਦੇ ਹੋਏ ਉਹ ਥੋੜ੍ਹਾ ਹੋਰ ਸੰਜੀਦਤਾ ਹੁੰਦੀ ਸਹਿਮਤੀ ਵਿੱਚ ਸਿਰ ਹਿਲਾਇਆ ਅਤੇ ਬੋਲੀ, ਇਸ ਦਾ ਮਤਲਬ ਤੁਸੀਂ ਨਾਲੋਂ ਨਾਲ ਮੇਰਾ ਜੀਵਨ ਪਟਾਰਾ ਖੁਲਵਾਉਣਾ ਚਾਹੁੰਦੇ ਹੋ। ਇਸ ਤੋਂ ਪਹਿਲਾਂ ਰਸਮੀ ਗੱਲਬਾਤ ਵਿੱਚ ਰਾਜ ਰਾਣੀ ਨੂੰ ਮੈਡਮ ਕਹੇ ਜਾਣ 'ਤੇ ਉਸਨੇ ਇਹ ਕਹਿ ਕੇ ਆਪਣੀ ਸ਼ਖਸੀਅਤ ਨੂੰ ਹੋਰ ਨਿਖਾਰ ਲਿਆ ਕਿ ਉਹ ਮੈਡਮ ਨਹੀਂ, ਸਿਰਫ ਅਤੇ ਸਿਰਫ ਰਾਜ ਰਾਣੀ ਆ, ਅਤੇ ਇਹ ਨਾਂ ਉਸਦੇ ਮਾਪਿਆਂ ਦਾ ਦਿੱਤਾ ਹੋਣ ਕਾਰਨ ਉਸਨੂੰ ਚੰਗਾ ਲੱਗਦਾ ਹੈ। ਉਸ ਦਾ ਨਾਂ ਲੈ ਕੇ ਬੁਲਾਉਣ ਤੋਂ ਪਹਿਲਾਂ ਤਾਂ ਮੈਨੂੰ ਵੀ ਝਾਕਾ ਜਿਹਾ ਲੱਗਿਆ, ਪਰ 1-2 ਵਾਰ ਕਹਿਣ ਤੋਂ ਬਾਅਦ ਗੱਲਬਾਤ ਵਿੱਚ ਅਨਪਤ ਭਰਦੀ ਗਈ ਅਤੇ ਮੈਨੂੰ ਲੱਗਣ ਲੱਗਾ ਜਿਵੇਂ ਆਪਣੀ ਵੱਡੀ ਭੈਣ ਨਾਲ ਗੱਲ ਕਰ ਰਿਹਾ ਹੋਵਾਂ। ਮੈਂ ਮਹਿਸੂਸ ਕੀਤਾ ਕਿ ਨਾਂ ਲੈਣ ਨਾਲ ਉਹ ਸਹਿਜ ਮਹਿਸੂਸ ਕਰ ਰਹੀ ਹੋਵੇ। ਮੈਂ ਦੇਖਿਆ ਕਿ ਉਸਨੇ ਲੰਮਾ ਸਾਹ ਲਿਆ ਅਤੇ ਪਾਸਾ ਲੈ ਕੇ ਕੁਰਸੀ 'ਤੇ ਨਿੱਠ ਕੇ ਬੈਠ ਗਏ। ਉਸਨੇ ਗੱਲਬਾਤ ਦਾ ਪੱਲਾ ਫੜਿਆ ਅਤੇ ਆਪਣੇ ਜੀਵਨ ਪਟਾਰੇ ਦੀ ਪਹਿਲੀ ਤੰਦ ਛੋਹੀ।
ਮਨਜੀਤ ਜੀ, ਮੈਂ ਅਮੀਰ ਮਾਪਿਆਂ ਦੀ ਇਕਲੌਤੀ ਔਲਾਦ ਹਾਂ। ਮੇਰੇ ਮਾਪੇ ਰੱਬ ਤੋਂ ਡਰਨ ਵਾਲੇ ਤੇ ਵੰਡ ਕੇ ਖਾਣ ਵਾਲੇ ਸੀ। ਮੈਂ ਬਚਪਨ ਤੋਂ ਦੇਖਦੀ ਆਈ ਸੀ ਕਿ ਉਹਨਾਂ ਦੇ ਦਰ 'ਤੇ ਆਇਆ ਕੋਈ ਵੀ ਲੋੜਵੰਦ ਕਦੇ ਖਾਲੀ ਨਹੀਂ ਸੀ ਮੁੜਦਾ। ਕਾਰੋਬਾਰੀ ਆਮਦਨ ਕਾਫੀ ਸੀ, ਪਰ ਡੈਡੀ ਦਾ ਦਿਆਲੂ ਮਨ ਉਸ ਤੋਂ ਕਿਤੇ ਵੱਡਾ ਸੀ। ਮੇਰੀ ਹਰ ਮੰਗ ਪੂਰੀ ਹੁੰਦੀ। ਮੈਂ ਕਈ ਵਾਰ ਡੈਡੀ ਨੂੰ ਮਜ਼ਾਕ ਕਰਨਾ ਕਿ ਕਦੇ ਤਾਂ ਮੇਰੀ ਗੱਲ 'ਤੇ ਸਿਰ ਫੇਰ ਦਿਆ ਕਰੋ। ਉਹ ਕਹਿੰਦੇ, ਸਿਰ ਤਾਂ ਹੀ ਫੇਰੀਏ ਜੇ ਤੂੰ ਕੁਝ ਗਲਤ ਮੰਗ ਕਰਦੀ ਹੋਵੇਂ। ਅਧਿਆਪਨ ਕੋਰਸ ਕਰਦੇ ਸਾਰ ਹਾਈ ਸਕੂਲ ਵਿੱਚ ਨੌਕਰੀ ਲੱਗ ਗਈ। ਘਰ ਵਿੱਚ ਮੇਰੇ ਰਿਸ਼ਤੇ ਦੀਆਂ ਗੱਲਾਂ ਹੋਣ ਲੱਗੀਆਂ। ਮੈਨੂੰ ਫੌਜੀ ਬਹੁਤ ਚੰਗੇ ਲੱਗਦੇ ਹੁੰਦੇ ਸੀ। ਮੇਰੇ ਮਾਪਿਆਂ ਨੂੰ ਮੇਰੀ ਪਸੰਦ ਦਾ ਪਤਾ ਸੀ। ਇੱਕ ਦਿਨ ਕਿਸੇ ਕਾਰੋਬਾਰੀ ਸਿਲਸਿਲੇ 'ਚ ਡੈਡੀ ਜਲੰਧਰ ਚਲੇ ਗਏ ਅਤੇ ਉੱਥੇ ਗੱਲਾਂ ਵਿੱਚ ਉਹਨਾਂ ਨੇ ਕਿਸੇ ਨਾਲ ਮੇਰੇ ਲਈ ਚੰਗਾ ਰਿਸ਼ਤਾ ਦੱਸਣ ਦੀ ਗੱਲ ਕੀਤੀ। ਅੰਨਾ ਕੀ ਪਾਲੇ ਅਖੇ 2 ਅੱਖਾਂ ਉਹ ਸ਼੍ਰੀਮਾਨ ਜੀ ਪਹਿਲਾਂ ਹੀ ਆਪਣੇ ਬੇਟੇ ਲਈ ਰਿਸ਼ਤਾ ਲੱਭ ਰਹੇ ਸੀ। ਉਹਨਾਂ ਦਾ ਬੇਟਾ ਏਅਰ ਫੋਰਸ ਵਿੱਚ ਪਾਇਲਟ ਸੀ। ਉਦੋਂ ਅੰਬਾਲੇ ਪੋਸਟਡ ਸੀ ਅਤੇ ਛੁੱਟੀ ਆਇਆ ਹੋਇਆ ਸੀ। ਬਸ ਮਿੰਟਾਂ ਵਿੱਚ ਹੀ ਗੱਲ ਅਗਾਂਹ ਤੁਰ ਪਈ ਅਤੇ ਅਗਲੇ ਦਿਨ ਹੀ ਵੇਖਾ ਵਿਖਾਈ ਤੈਅ ਹੋ ਗਈ। ਸ਼ਾਮ ਨੂੰ ਡੈਡੀ ਘਰ ਆਏ ਅਤੇ ਉਹਨਾਂ ਨੇ ਅਗਲੇ ਦਿਨ ਆਉਣ ਬਾਰੇ ਦੱਸ ਕੇ ਮੰਮੀ ਨੂੰ ਚਾਹ ਚੜ੍ਹਾਉਣ ਦੇ ਨਾਲ ਤਿਆਰੀ 'ਤੇ ਲਾ ਦਿੱਤਾ। ਮੰਮੀ ਦੀ ਉਹ ਸਾਰੀ ਰਾਤ ਮੈਨੂੰ ਸਮਝਾਉਣ ਅਤੇ ਪ੍ਰਾਹੁਣਿਆਂ ਦੀ ਖਾਤਰਦਾਰੀ ਦੀ ਵਿਉਂਤਬੰਦੀ ਵਿੱਚ ਨਿਕਲੀ। ਸਾਲ 1961 ਦੇ ਫਰਵਰੀ ਮਹੀਨੇ ਦੀ 22 ਤਰੀਕ ਬੁੱਧਵਾਰ ਦਾ ਦਿਨ ਸੀ। ਉਹ ਜਲੰਧਰ ਤੋਂ ਟੈਕਸੀ ਰਾਹੀਂ ਦਿੱਤੇ ਹੋਏ ਸਮੇਂ 'ਤੇ ਸਾਡੇ ਸ਼ਹਿਰ ਪਹੁੰਚ ਗਏ ਸੀ। ਡੈਡੀ ਆਂਗਣਵਾੜੀ ਉਹਨਾਂ ਨੂੰ ਖੰਜੂਰੀ ਗੇਟ 'ਚ ਜਾ ਮਿਲੇ ਸੀ ਅਤੇ ਬਿਨਾਂ ਝਿਜਕ ਘਰ ਲੈ ਆਏ ਸੀ। ਗਲੀ ਤੰਗ ਹੋਣ ਕਾਰਨ ਟੈਕਸੀ ਘਰ ਤੱਕ ਆਉਣੀ ਔਖੀ ਸੀ। ਡੈਡੀ ਨੇ ਕਿਸੇ ਨੂੰ ਭੇਜ ਕੇ ਭੂਆ ਜੀ ਨੂੰ ਉਸਦੇ ਸਹੁਰੇ ਪਿੰਡ ਭਾਗੋਵਾਲ ਤੋਂ ਸੱਦ ਲਿਆ ਸੀ ਅਤੇ ਦਿੱਲੀ ਵਾਲੇ ਮਾਮਾ ਜੀ ਨਾਲ ਗੱਲ ਕਰ ਲਈ ਸੀ। ਘਰ ਵਿੱਚ ਰਿਸ਼ਤੇ ਦੀ ਗੱਲ ਚੱਲੇ ਤਾਂ ਇੰਨਾ ਕੁ ਮਾਣ ਇੱਜ਼ਤ ਰਿਸ਼ਤੇਦਾਰਾਂ ਨੂੰ ਦੇਣਾ ਉਦੋਂ ਪਰਿਵਾਰਾਂ ਵਿੱਚ ਆਮ ਗੱਲ ਸੀ। ਚਾਹ ਦੇ ਘੁੱਟਾਂ ਦੇ ਨਾਲ ਦੋਹਾਂ ਪਾਸੇ ਹਾਂ ਵਾਲਾ ਪਲੜਾ ਭਾਰੀ ਹੁੰਦਾ ਗਿਆ। ਬੇਸ਼ੱਕ ਉਦੋਂ ਕੁੜੀ ਮੁੰਡੇ ਦੀ ਪਸੰਦ ਪੁੱਛਣ ਦਾ ਰਿਵਾਜ਼ ਨਹੀਂ ਸੀ, ਪਰ ਮੇਰੇ ਡੈਡੀ ਦਾ ਸੁਭਾਅ ਕਾਫੀ ਖੁੱਲ੍ਹਾ ਸੀ। ਕਹਿੰਦੇ, ਸ਼ਰਮਾ ਜੀ, ਆਪਸੀ ਗਲਵਕੜੀ ਤੋਂ ਪਹਿਲਾਂ ਬੱਚਿਆਂ ਨੂੰ ਵੀ ਇੱਕ ਦੂਜੇ ਨੂੰ ਸਮਝਣ ਲੈ ਲਈ 2 ਪਲ ਦੇ ਦੇਈਏ। ਮੰਮੀ ਨਾਲ ਦੇ ਕਮਰੇ ਵਿੱਚ 2 ਕੁਰਸੀਆਂ ਰੱਖ ਆਈ ਅਤੇ ਸਾਨੂੰ ਉੱਧਰ ਜਾਣ ਦਾ ਇਸ਼ਾਰਾ ਕੀਤਾ। ਮੈਂ ਅਤੇ ਰਾਹੁਲ ਨੇ ਇਕੱਲਿਆਂ ਉੱਧਰ ਬੈਠ ਕੇ ਅੱਧੇ ਕੁ ਘੰਟੇ ਵਿੱਚ ਭਵਿੱਖ ਦੀਆਂ ਵਿਉਂਤਾਂ ਘੜ ਲਈਆਂ ਅਤੇ ਇੱਕ ਦੂਜੇ ਦੀ ਪਸੰਦ ਨਾਪਸੰਦ ਪੁੱਛਦੇ ਹੋਏ ਮਨ ਦੀਆਂ ਤਾਰਾਂ ਇੱਕ ਦੂਜੇ ਨਾਲ ਜੋੜ ਲਈਆਂ। ਦਵੱਲੀ ਸਹਿਮਤੀ ਹੋ ਗਈ ਤਾਂ ਉਹ ਬਾਜ਼ਾਰ ਗਏ ਅਤੇ ਦੁਪਹਿਰ ਤੱਕ ਮੇਰੇ ਸਿਰ 'ਤੇ ਸੂਹੀ ਚੁੰਨੀ ਸੀ। ਕੁਝ ਘੰਟਿਆਂ ਵਿੱਚ ਮੇਰੀ ਨਵੀਂ ਦੁਨੀਆ ਵਸਾਉਣ ਦਾ ਰਾਹ ਖੋਲ੍ਹ ਦਿੱਤਾ ਗਿਆ ਸੀ। ਅਨਪੜ੍ਹ ਦਾ ਚੁੰਬਕ ਇੰਨੀ ਤੇਜ਼ੀ ਨਾਲ ਚਾਰਜ ਹੋ ਜਾਂਦਾ, ਮੇਰੇ ਤੋਂ ਵੱਧ ਸ਼ਾਇਦ ਹੀ ਕੋਈ ਜਾਣਦਾ ਹੋਵੇ। ਸ਼ਾਮ ਨੂੰ ਜਦ ਰਾਹੁਲ ਹੋਰੀ ਜਾਣ ਲੱਗੇ ਤਾਂ ਮੇਰੇ ਮਨ ਵਿੱਚ ਖਲਾਅ ਜਿਹਾ ਬਣ ਰਿਹਾ ਸੀ। ਉਹਨਾਂ ਨੂੰ ਨਾ ਜਾਣ ਲਈ ਕਹਿਣ ਨੂੰ ਮਨ ਕਰੇ। ਕਿਤਾਬਾਂ ਵਿੱਚ ਇਸ਼ਕ ਮੁਸ਼ਕ ਦੀਆਂ ਕਿੰਨੀਆਂ ਹੀ ਕਹਾਣੀਆਂ ਪੜ੍ਹਦਿਆਂ ਸਵਾਲ ਉੱਠਦੇ ਸੀ ਕਿ ਐਂ ਕਿਹੜੀ ਗੱਲ ਹੋਈ ਕਿ ਕਿਸੇ ਬਦਲੇ ਮਰ ਮਿਟਣ ਤੱਕ ਚਲੇ ਜਾਓ। ਪਰ ਉਸ ਦਿਨ ਤੋਂ ਮੈਨੂੰ ਲੱਗਣ ਲੱਗਾ ਕਿ ਸ਼ਾਇਦ ਮੈਂ ਹੀਰ ਸਹਿਵਾਂ ਅਤੇ ਸੋਹਣੀ ਨੂੰ ਵੀ ਪਿੱਛੇ ਛੱਡ ਆਈ ਹਾਂ। ਰਾਹੁਲ ਦੀ ਛੁੱਟੀ ਅਜੇ 1.5 ਮਹੀਨੇ ਰਹਿੰਦੀ ਸੀ। ਡੈਡੀ ਗ੍ਰਹਿ ਚਾਲ 'ਤੇ ਮਹੂਰਤ ਵਰਗੇ ਵਹਿਮਾਂ ਨੂੰ ਨਹੀਂ ਮੰਨਦੇ ਸੀ। ਮੰਗਣੀ ਦੇ ਅਗਲੇ ਹਫ਼ਤੇ ਡੈਡੀ ਜਲੰਧਰ ਗਏ ਅਤੇ ਵਿਆਹ ਦਾ ਦਿਨ ਤੈਅ ਕਰ ਆਏ। ਮੰਮੀ ਦੇ ਮਨ 'ਚ ਉਮੜੇ ਵਿਆਹ ਦੇ ਚਾਅ ਦੇ ਨਾਲ ਥੋੜ੍ਹੇ ਦਿਨਾਂ ਦਾ ਝੋਰਾ ਵੀ ਗਲ ਗਿਆ। ਤਿਆਰੀਆਂ ਸ਼ੁਰੂ ਹੋ ਗਈਆਂ ਅਤੇ ਅਕਸਰ ਬਾਊ ਜੀ ਦਾ ਘਰ ਅਖਵਾਉਣ ਵਾਲੇ ਘਰ ਨੂੰ ਵਿਆਹ ਵਾਲਾ ਘਰ ਕਿਹਾ ਜਾਣ ਲੱਗ ਪਿਆ। ਇਸ ਦੌਰਾਨ ਮੇਰਾ ਅਤੇ ਰਾਹੁਲ ਦਾ ਚਿੱਠੀ ਪੱਤਰ ਹੋਣ ਲੱਗ ਪਿਆ ਸੀ। ਅਸੀਂ ਰੋਜ਼ਾਨਾ ਇੱਕ ਦੂਜੇ ਨੂੰ ਚਿੱਠੀਆਂ ਲਿਖਣ ਲੱਗ ਪਏ। ਆਮ ਕਰਕੇ ਅਸੀਂ ਡਾਕ ਵਾਲੇ ਹਰੇ ਰੰਗ ਵਾਲੇ ਇਨਲੈਂਡ ਲੈਟਰ ਲਿਖਦੇ ਹੁੰਦੇ ਸੀ। ਚਿੱਠੀ ਦੀ ਥਾਂ ਮੁੱਕ ਜਾਂਦੀ, ਪਰ ਸਾਨੂੰ ਲੱਗਦਾ ਕਿ ਕਿੰਨਾ ਕੁਝ ਲਿਖਣ ਵਾਲਾ ਰਹਿ ਗਿਆ। ਅਗਲੇ ਦਿਨ ਉਹ ਰਹਿ ਗਿਆ ਭੁੱਲ ਜਾਂਦਾ ਅਤੇ ਹੋਰ ਗੱਲਾਂ ਨਾਲ ਚਿੱਠੀ ਭਰ ਜਾਂਦੀ। ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸ ਕਾਰਨ ਮੈਂ ਬਹੁਤੀਆਂ ਛੁੱਟੀਆਂ ਨਾ ਲੈਂਦੀ। ਹਾਂ, ਮੈਂ ਜਲਦੀ ਗੱਲ ਮੁਕਾਵਾਂ। ਮੇਰੇ ਵਿਆਹ ਦਾ ਦਿਨ ਆ ਗਿਆ। ਸਾਰੀਆਂ ਰਸਮਾਂ ਨਿਰਵਿਘਨ ਪੂਰੀਆਂ ਹੋ ਗਈਆਂ। ਦੋਹਾਂ ਪਾਸਿਆਂ ਨੇ ਚਾਅ ਪੂਰੇ ਕੀਤੇ। ਰਾਹੁਲ ਦੀ ਦਿੱਖ, ਸੁਭਾਅ, ਪੋਸਟ ਅਤੇ ਪਰਿਵਾਰ ਦੇਖ ਕੇ ਮੇਰੀਆਂ ਸਹੇਲੀਆਂ ਮੈਨੂੰ ਭਾਗਾਂ ਵਾਲੀਆਂ ਕਹਿੰਦੀਆਂ, ਪਰ ਉਹਨਾਂ ਦੇ ਬੋਲ ਅਤੇ ਸ਼ਬਦਾਂ ਤੋਂ ਉਹਨਾਂ ਦੇ ਮਨਾਂ ਦੀ ਖਾਰ ਝਲਕ ਪੈਂਦੀ। ਹੋਰ ਤਾਂ ਹੋਰ, ਮੇਰੀ ਆਪਣੀ ਭੂਆ ਵੀ ਬਿਨਾਂ ਕਾਰਨ ਆਪਣੀ ਧੀ ਦੇ ਸਹੁਰਿਆਂ ਦੀ ਗੱਲ ਛੇੜ ਕੇ ਆਪਣਾ ਮਨ ਸ਼ਾਂਤ ਕਰਦੀ। ਵਿਆਹ ਤੋਂ ਬਾਅਦ ਅਸੀਂ ਹਿਮਾਚਲ ਅਤੇ ਉੱਤਰਾਂਚਲ ਦੇ ਸ਼ਹਿਰਾਂ ਦੀ ਸੈਰ 'ਤੇ ਨਿਕਲ ਗਏ। ਉਹ ਥਾਵਾਂ ਵੇਖੀਆਂ ਜਿਨ੍ਹਾਂ ਦਾ ਚਿੱਤਰਨ ਅਕਸਰ ਮੈਂ ਮਨ ਹੀ ਮਨ ਵਿੱਚ ਕਰਦੀ ਹੁੰਦੀ ਸੀ। ਸਾਰੇ ਦਿਨ ਦੁਨੀਆ ਭੁੱਲ ਰਹੀ, ਲੱਗਿਆ ਕਰੇ
ਜਿਵੇਂ ਵਾਹਿਗੁਰੂ ਨੇ ਸਾਰੇ ਸੁੱਖ ਮੇਰੇ ਲਈ ਹੀ ਸਾਂਭੇ ਹੋਏ ਸਨ। ਵਾਪਸ ਮੁੜੇ ਤਾਂ ਰਾਹੁਲ ਦੀ ਛੁੱਟੀ ਦੇ 4 ਦਿਨ ਬਚੇ ਸਨ। ਬੇਸ਼ੱਕ ਇਹ ਪਹਿਲਾਂ ਤੈਅ ਸੀ ਕਿ ਮੈਂ ਜੇ ਸਕੂਲ ਨਹੀਂ ਛੱਡਾਂਗੀ ਤੇ ਵਿੱਚ ਵਾਰ ਰਾਹੁਲ 1-2 ਛੁੱਟੀਆਂ ਲੈ ਕੇ ਅੰਬਾਲੇ ਤੋਂ ਬਟਾਲੇ ਆ ਜਾਇਆ ਕਰੇਗਾ। ਉਸਦੀ ਛੁੱਟੀ ਕੀ ਮੁੱਕੀ, ਸਾਨੂੰ ਵਿਛੋੜਾ ਸਹਿਣਾ ਪਹਾੜ ਲੱਗਣ ਲੱਗਾ। ਸਕੂਲ 'ਚ 2-4 ਛੁੱਟੀਆਂ ਆਉਂਦੀਆਂ ਤਾਂ ਮੈਂ ਅੰਬਾਲੇ ਰਹਿ ਆਉਂਦੀ, ਰਾਹੁਲ ਦਾ ਜਹਾਜ਼ ਉੱਡਦਾ ਦੇਖਦੀ। ਰਾਹੁਲ ਡਿਊਟੀ ਜਾਣ ਤੋਂ ਪਹਿਲਾਂ ਟੈਸਟ ਫਲਾਈਟ ਬਾਰੇ ਦੱਸ ਦਿੰਦਾ ਸੀ। ਮੈਂ ਉਸਦਾ ਜਹਾਜ਼ ਵੇਖਣ ਲਈ ਛੱਤ 'ਤੇ ਜਾ ਬੈਠਦੀ। ਫਲਾਈਟ ਵਾਲੇ ਦਿਨ ਮੈਂ ਪੀਲੇ ਰੰਗ ਦਾ ਸੂਟ ਪਾਉਂਦੀ। ਰਾਹੁਲ ਦੱਸਦਾ ਸੀ ਕਿ ਅਸਮਾਨ 'ਚੋਂ ਪੀਲੇ ਰੰਗ 'ਤੇ ਨਜ਼ਰ ਛੇਤੀ ਪੈਂਦੀ ਆ। ਉਹ ਮੈਨੂੰ ਵਿਖਾਉਣ ਲਈ ਜਹਾਜ਼ ਦੀਆਂ ਕਲਾਬਾਜ਼ੀਆਂ ਕਰਦਾ। ਘਰ ਆਉਂਦਾ ਤਾਂ ਮੈਂ ਉਸਨੂੰ ਖਤਰੇ ਸਹੇੜਨ ਤੋਂ ਵਰਜਦੀ। ਦਿਨ ਉਸ ਸਕੂਲ ਰਹਿ ਕੇ ਵਾਪਸੀ ਵੇਲੇ ਸਟੇਸ਼ਨ ਤੋਂ ਗੱਡੀ ਤੁਰਨ ਵੇਲੇ ਉਸਦਾ ਉਦਾਸਿਆ ਮੂੰਹ ਮੇਰੇ ਲਈ ਵੇਖਣਾ ਔਖਾ ਹੋ ਜਾਂਦਾ। ਮੂੰਹ 'ਤੇ ਚੁੰਨੀ ਲੈ ਕੇ ਮੈਂ ਉਸ ਲਈ ਹੱਥ ਹਿਲਾਉਂਦੀ। ਕਿਹਾ ਜਾਂਦਾ ਕਿ ਚੰਗੇ ਦਿਨ ਘੰਟਿਆਂ ਵਾਂਗ ਲੱਗਦੇ ਨੇ ਤੇ ਮਹੀਨੇ ਦਿਨਾਂ ਵਾਂਗ। ਸਾਨੂੰ ਪਤਾ ਹੀ ਨਾ ਲੱਗਾ ਕਿ ਕਦ 1.5 ਸਾਲ ਬੀਤ ਗਿਆ। ਉਸ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸਨ ਤੇ ਚੀਨ ਦੇ ਰਾਸ਼ਟਰਪਤੀ ਚੂ ਐਨਲਾਈ ਦੀਆਂ ਜੱਫੀਆਂ ਦੀ ਬੜੀ ਚਰਚਾ ਹੋਈ ਸੀ। ਜੁਲਾਈ ਅਗਸਤ ਤੱਕ ਹਿੰਦੀ ਚੀਨੀ ਭਾਈ ਭਾਈ ਦੇ ਨਾਅਰੇ ਲੱਗਦੇ ਰਹੇ। ਭਾਰਤੀ ਲੋਕ ਹੈਰਾਨ ਜਦ ਅੱਧ ਅਕਤੂਬਰ ਬਾਅਦ ਭਾਰਤ ਚੀਨੀ ਜੰਗ ਸ਼ੁਰੂ ਹੋ ਗਈ। ਭਾਰਤ ਦਾ ਦੋਸ਼ ਸੀ ਕਿ ਚੀਨ ਦੋਸਤੀ ਦੀ ਆੜ ਹੇਠ ਚੰਗੀ ਤਿਆਰੀਆਂ ਕਰਦਾ ਰਿਹਾ। ਕਿਹਾ ਜਾਂਦਾ ਹੈ ਕਿ ਜੰਗ ਸਮੱਸਿਆ ਦੇ ਹੱਲ ਦੀ ਥਾਂ ਉਜਾੜੇ ਤੇ ਮੰਦਹਾਲੀ ਦਾ ਕਾਰਨ ਬਣਦੀ ਆ। ਉਦੋਂ ਵੀ ਸ਼ਾਸਕਾਂ ਦੀਆਂ ਕੁਰਸੀਆਂ ਤਾਂ ਸਲਾਮਤ ਰਹੀਆਂ, ਪਰ ਮੇਰੇ ਵਰਗੀਆਂ ਹਜ਼ਾਰਾਂ ਦੇ ਸੁਹਾਗ, ਹਜ਼ਾਰਾਂ ਭੈਣਾਂ ਦੇ ਸਿਰ ਹੱਥ ਰੱਖਣ ਵਾਲੇ ਜਾਂ ਉਹਨਾਂ ਦੀ ਉਂਗਲ ਫੜ ਤੁਰਨ ਵਾਲੇ ਵੀਰ, ਮਾਪਿਆਂ ਦਾ ਬੁਢਾਪਾ ਸੰਭਾਲਣ ਵਾਲੇ ਪੁੱਤਰ ਤੇ ਕਈ ਘਰਾਂ ਵਿੱਚ 2 ਵੇਲੇ ਦਾ ਚੁੱਲ੍ਹਾ ਤਪਾਉਣ ਲਈ ਬਰਫੀਲੀਆਂ ਰਾਤਾਂ ਸਰਹੱਦਾਂ ਦੇ ਕੱਟਣ ਵਾਲੇ ਗੱਭਰੂ ਉਸ ਜੰਗ ਦੀ ਭੇਟ ਚੜ੍ਹ ਗਏ। ਅੱਗੋਂ ਉਸ ਦਾ ਗੱਜ ਭਰ ਆਇਆ ਤੇ ਲੰਮੇ ਜਿਹੇ ਹੌਂਕੇ ਦੀ ਆਵਾਜ਼ ਤੋਂ ਮੈਂ ਸਮਝ ਗਿਆ ਸੀ ਕਿ ਉਸ ਜੰਗ ਨੇ ਹੀ ਇਸ ਦੀ ਦੁਨੀਆ ਉਜਾੜੀ ਹੋ। ਪਾਣੀ ਦੇ ਗਿਲਾਸ ਸਾਡੇ ਮੂਹਰੇ ਮੇਜ਼ 'ਤੇ ਪਏ ਹੋਏ ਸੀ। ਉਸਨੇ ਆਪਣੇ ਗਿਲਾਸ 'ਚੋਂ ਕੁਝ ਪਾਣੀ ਪੀਤਾ, ਪਰ ਲੱਗਦਾ ਸੀ ਕਿ ਉਹ ਆਪਣੇ ਆਪ ਵਿੱਚ ਨਹੀਂ ਆਈ। ਸੌਰੀ ਕਹਿ ਕੇ ਉਹ ਵਾਸ਼ਰੂਮ ਗਈ ਤੇ ਮੂੰਹ 'ਤੇ ਪਾਣੀ ਮਾਰ ਕੇ ਤੌਲੀਆ ਰਗੜਦੀ ਵਾਪਸ ਆ ਕੇ ਬੈਠ ਗਈ। ਸਾਫ਼ ਦਿਸ ਰਿਹਾ ਸੀ ਕਿ ਉਸ ਦੇ ਅੰਦਰ ਬੁੱਝੀ ਦਰਦਾਂ ਦੀ ਗੰਢ ਕਿਤੋਂ ਢਿੱਲੀ ਹੋਣ ਕਾਰਨ ਉਹ ਤੜਫ ਗਈ ਸੀ। ਉਸਨੇ ਆਪਣੀ ਗੱਲ ਨੂੰ ਹੋਰ ਛੋਟੀ ਕਰਦਿਆਂ ਦੱਸਿਆ ਕਿ ਜੰਗ ਵੇਲੇ ਰਾਹੁਲ ਦਾ ਜਹਾਜ਼ ਕਿਸੇ ਉੱਚੀ ਪਹਾੜੀ ਅੱਡੇ 'ਤੇ ਉਤਾਰਨ ਮੌਕੇ ਹਾਦਸਾਗ੍ਰਸਤ ਹੋ ਗਿਆ ਸੀ, ਜਿਸ 'ਚੋਂ ਰਾਹੁਲ ਦੀ ਅੱਧ-ਸੜੀ ਲਾਸ਼ ਹੀ ਨਿਕਲੀ ਸੀ। ਮਾਂ-ਬਾਪ ਵੱਲੋਂ ਹੋਰ ਵਿਆਹ ਲਈ ਕਹਿਣਾ ਉਸਨੂੰ ਚੰਗਾ ਨਾ ਲੱਗਦਾ। ਇੱਕ ਦਿਨ ਉਸਨੇ ਰਾਹੁਲ ਦੀ ਯਾਦ 'ਚ ਜ਼ਿੰਦਗੀ ਬਤੀਤ ਕਰਨ ਦਾ ਆਖਰੀ ਫੈਸਲਾ ਸੁਣਾ ਕੇ ਮਾਪਿਆਂ ਨੂੰ ਇਸ ਮਾਮਲੇ ਬਾਰੇ ਚੁੱਪ ਕਰਾ ਦਿੱਤਾ। ਉਸ ਦੇ ਦੁੱਖ ਵਿੱਚ ਮਾਪੇ ਆਪਣੀ ਔਧ ਛੇਤੀ ਪੁਗਾ ਗਏ। ਇਕੱਲੀ ਨੂੰ ਐਡਾ ਵੱਡਾ ਘਰ ਖਾਣ ਨੂੰ ਆਇਆ ਕਰੇ। ਤਦ ਉਸਨੇ ਸਕੂਲ ਦੀ ਨੌਕਰੀ ਦੇ ਨਾਲ-ਨਾਲ ਘਰ ਨੂੰ ਲੋੜਵੰਦ ਬੱਚਿਆਂ ਦੀ ਪੜ੍ਹਾਈ ਦੇ ਲੇਖੇ ਲਾ ਦਿੱਤਾ, ਜਿੱਥੇ ਉਹ ਆਪ ਤਾਂ ਸਾਰਾ ਸਮਾਂ ਬੱਚਿਆਂ ਨੂੰ ਦਿੰਦੀ ਹੀ ਹੈ, ਪਰ ਕਈ ਹੋਰ ਸਵੈ ਸੇਵੀ ਔਰਤਾਂ ਵੀ ਆ ਕੇ ਬੱਚਿਆਂ ਨੂੰ ਮੁਫਤ ਪੜ੍ਹਾਉਂਦੀਆਂ ਨੇ। ਕਿਸੇ ਬੱਚੇ ਤੋਂ ਕੋਈ ਫੀਸ ਨਹੀਂ ਲਈ ਜਾਂਦੀ, ਸਗੋਂ ਉਹਨਾਂ ਨੂੰ ਕਿਤਾਬਾਂ ਕਾਪੀਆਂ ਕੋਲੋਂ ਦਿੱਤੀਆਂ ਜਾਂਦੀਆਂ ਨੇ। ਮੈਨੂੰ ਇੰਜ ਲੱਗਿਆ ਰਾਹੁਲ ਦੀ ਮੌਤ ਤੋਂ ਬਾਅਦ ਰਾਸ ਰਾਣੀ ਨੇ ਆਪਣੀ ਜ਼ਿੰਦਗੀ ਉਸਦੇ ਲੇਖੇ ਲਾ ਕੇ ਕਿਸੇ ਦੇ ਕੰਮ ਆ ਸਕਣਾ ਉਦੇਸ਼ ਬਣਾ ਲਿਆ ਹੋਵੇ। ਉਸਨੇ ਇਹ ਵੀ ਦੱਸਿਆ ਕਿ ਉਸਨੂੰ ਵਿਰਾਸਤ 'ਚ ਮਿਲੀ ਜਾਇਦਾਦ ਸਮੇਤ ਆਪਣੀ ਸਾਰੀ ਜਾਇਦਾਦ ਦੀ ਵਸੀਅਤ ਉਸਨੇ ਲੋਕ ਸੇਵਾ ਕਰਨ ਵਾਲੇ ਸ਼ਹਿਰ ਦੇ ਇੱਕ ਟਰਸਟ ਦੇ ਨਾਂ ਕੀਤੀ ਹੋਈ ਆ। ਆਪਣੀ ਜ਼ਿੰਦਗੀ ਦੇ ਖੋਲੇ ਵਰਕੇ ਸਮੇਟਦੀ ਹੋਈ ਰਾਸ ਰਾਣੀ ਉਸਨੇ ਉਸ ਬਾਰੇ ਗੱਲ ਕਰਨ ਲਈ ਆਪਣੇ ਆਪ ਨੂੰ ਤਿਆਰ ਕੀਤਾ, ਜਿਸ ਬਾਰੇ ਜਾਣਨ ਲਈ ਮੈਂ ਉਸ ਕੋਲ ਪਹੁੰਚਾ ਸੀ। ਆਪਣੀ ਕਥਾ ਲੰਮੀ ਹੋ ਜਾਣ ਲਈ ਮਾफ़ੀ ਮੰਗਦੇ ਹੋਏ ਰਾਸ ਰਾਣੀ ਨੇ ਚੇਤਿਆਂ ਦਾ 55 ਸਾਲ ਪੁਰਾਣਾ ਪਟਾਰਾ ਖੋਲ੍ਹਿਆ। ਰਾਹੁਲ ਦੇ ਵਿਛੋੜੇ ਤੋਂ ਬਾਅਦ ਮੈਂ ਰਹਿੰਦਾ ਜੀਵਨ ਉਸ ਦੀ ਯਾਦ ਨੂੰ ਸਮਰਪਿਤ ਕਰਨ ਦਾ ਫੈਸਲਾ ਲੈ ਲਿਆ। ਛੁੱਟੀਆਂ ਮੁੱਕਣ ਬਾਅਦ ਸਕੂਲ ਜਾਣ ਲੱਗ ਪਈ। 6ਵੀਂ ਜਮਾਤ ਦੀ ਇੰਚਾਰਜ ਬਣ ਗਈ। ਆਪਣੀ ਜਮਾਤ ਨੂੰ ਹਿਸਾਬ, ਪੰਜਾਬੀ ਤੇ ਅੰਗਰੇਜ਼ੀ ਦੇ ਪੀਰੀਅਡ ਆਪ ਲਾਉਣ ਲੱਗ ਪਈ। ਸਕੂਲ ਤੋਂ 4-5 ਕਿਲੋਮੀਟਰ ਹਟਵੇਂ ਪਿੰਡ ਤੋਂ ਇੱਕ ਬੱਚਾ ਆਉਂਦਾ ਸੀ, ਮੰਗਲ ਦਾਸ। ਉਸ ਦਾ ਸਜ ਸਵਰ ਕੇ ਸਕੂਲ ਆਉਣਾ ਤਾਂ ਦੂਰ, ਉਸ ਦੇ ਕੱਪੜੇ ਵੀ ਕਦੇ ਚੱਜ ਦੇ ਨਾ ਹੁੰਦੇ। ਕਦੇ ਉਸ ਕੋਲ ਲਿਖਣ ਲਈ ਕਾਪੀ ਨਾ ਹੁੰਦੀ ਤੇ ਕਦੇ ਪੈਨ ਪੈਨਸਲ ਨਾ ਹੁੰਦੇ। ਜਮਾਤ 'ਚ ਗਵਾਚਿਆ ਰਹਿੰਦਾ ਤੇ ਬੈਠਦਾ ਵੀ ਆਖਰੀ ਕਤਾਰ ਵਿੱਚ ਸੀ। ਕਿਸੇ ਸਵਾਲ ਦਾ ਜਵਾਬ ਪੁੱਛਣਾ ਤਾਂ ਉਸ ਦਾ ਸਿਰ ਨਾਂ ਲਈ ਪਹਿਲਾਂ ਹੀ ਤਿਆਰ ਹੁੰਦਾ। ਇੱਕ ਦਿਨ ਇੱਕ ਬੱਚੇ ਨੇ ਸ਼ਿਕਾਇਤ ਕੀਤੀ
ਕਿ ਉਸਦੇ ਚਾਚੇ ਵੱਲੋਂ ਵਿਦੇਸ਼ ਤੋਂ ਭੇਜਿਆ ਪੈਨ ਕਿਸੇ ਨੇ ਚੋਰੀ ਕਰ ਲਿਆ। ਸਾਰਿਆਂ ਨੂੰ ਆਪਣੇ ਆਪ ਦੇ ਦੇਣ ਲਈ ਕਿਹਾ, ਪਰ ਸਾਰੇ ਸਿਰ ਮਾਰ ਗਏ। ਮੈਂ ਸਾਰਿਆਂ ਨੂੰ ਖੜ੍ਹਾ ਕੀਤਾ ਅਤੇ ਅੱਖਾਂ ਬੰਦ ਕਰਕੇ ਤਲਾਸ਼ੀ ਦੇਣ ਲਈ ਕਿਹਾ। ਮੰਗੂ ਸਭ ਤੋਂ ਪਿੱਛੇ ਸੀ ਅਤੇ ਮੈਨੂੰ ਸ਼ੱਕ ਵੀ ਉਸੇ 'ਤੇ ਸੀ। ਪਹਿਲਾਂ 1-2 ਹੋਰਾਂ ਦੀਆਂ ਜੇਬਾਂ 'ਚ ਹੱਥ ਮਾਰ ਕੇ ਮੈਂ ਮੰਗੂ ਦੀ ਜੇਬ 'ਚੋਂ ਪੈਨ ਕੱਢ ਲਿਆ। ਮੈਂ ਉਸਦੇ ਚਿਹਰੇ 'ਤੇ ਨਜ਼ਰ ਮਾਰੀ ਤਾਂ ਪੈਨ ਫੜੇ ਜਾਣ ਤੋਂ ਬਾਅਦ ਰੰਗ ਫੱਕ ਹੋ ਗਿਆ ਸੀ। ਆਪਣੀ ਕੁਰਸੀ 'ਤੇ ਆ ਕੇ ਮੈਂ ਸਭਨਾਂ ਨੂੰ ਅੱਖਾਂ ਖੋਲ੍ਹਣ ਲਈ ਕਿਹਾ। ਮੈਂ ਵੇਖਿਆ ਮੰਗੂ ਦੀਆਂ ਅੱਖਾਂ 'ਚ ਸਿਰਫ ਅੱਥਰੂਆਂ ਦੀ ਕਮੀ ਸੀ। ਸ਼ਾਇਦ ਉਸਨੂੰ ਲੱਗਦਾ ਹੋਵੇ ਕਿ ਹੁਣੇ ਉਸਨੂੰ ਚੋਰ ਗਰਦਾਨ ਦਿੱਤਾ ਜਾਵੇਗਾ। ਮੈਂ ਜਰਾ ਕੁ ਕਮਰੇ ਤੋਂ ਬਾਹਰ ਗਈ ਅਤੇ ਆ ਕੇ ਪੈਨ ਵਾਲੇ ਮੁੰਡੇ ਨੂੰ ਸੱਦਿਆ ਅਤੇ ਕਿਹਾ ਕਿ ਬੇਟਾ, ਤੇਰਾ ਪੈਨ ਤਾਂ ਬਾਹਰ ਘਾਹ 'ਤੇ ਡਿੱਗਾ ਪਿਆ ਸੀ, ਕੋਈ ਹੁਣੇ ਫੜਾ ਕੇ ਗਿਆ। ਵਿੱਚ ਮੈਂ ਮੰਗੂ ਦੇ ਚਿਹਰੇ ਵੱਲ ਵੀ ਵੇਖ ਰਹੀ ਸੀ। ਪੈਨ ਉਸ ਮੁੰਡੇ ਨੂੰ ਫੜਾਉਣ ਤੋਂ ਬਾਅਦ ਅਤੇ ਬਾਹਰੋਂ ਲੱਭਣ ਵਾਲੇ ਜਮਾਤ ਨੂੰ ਦੱਸੇ ਜਾਣ ਤੋਂ ਬਾਅਦ ਮੈਂ ਵੇਖਿਆ ਕਿ ਮੰਗੂ ਦੇ ਚਿਹਰੇ ਦੀ ਪਲੱਤਨ ਅਤੇ ਕੰਬਣੀ ਵਰਗਾ ਅਹਿਸਾਸ ਘਟਣ ਲੱਗ ਪਏ। ਅਗਲੇ ਦਿਨ ਜਮਾਤ 'ਚ ਵੜਦਿਆਂ ਹੀ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦ ਵੇਖਿਆ ਕਿ ਮੰਗੂ ਸੀਟ ਬਦਲ ਕੇ ਮੂਹਰਲੀ ਕਤਾਰ ਵਿੱਚ ਬੈਠਾ ਹੋਇਆ ਸੀ। ਪਹਿਲਾਂ ਦੇ ਮੁਕਾਬਲੇ ਉਹ ਚੰਗਾ ਲੱਗ ਰਿਹਾ ਸੀ। ਧਿਆਨ ਨਾਲ ਵੇਖਿਆ ਤਾਂ ਵਾਲ ਚੰਗੀ ਤਰ੍ਹਾਂ ਵਾਹੇ ਹੋਏ ਸੀ ਅਤੇ ਕੱਪੜੇ ਪਹਿਲਾਂ ਨਾਲੋਂ ਕੁਝ ਸਾਫ਼ ਸੀ। ਮੈਂ ਇਹ ਵੀ ਵੇਖਿਆ ਕਿ ਜਮਾਤ ਦੇ ਸਬਕ ਬਾਰੇ ਮੇਰੀ ਹਰ ਗੱਲ ਕਾਪੀ 'ਤੇ ਲਿਖ ਰਿਹਾ ਸੀ। ਉਸ ਦਿਨ ਉਸਦੇ ਚਿਹਰੇ ਦੀ ਉਦਾਸੀ ਕਾਫੀ ਘੱਟ ਸੀ। ਬੇਸ਼ੱਕ ਮੇਰੇ ਲਈ ਜਮਾਤ ਦੇ ਸਾਰੇ ਬੱਚੇ ਇੱਕੋ ਜਿਹੇ ਸਨ, ਪਰ ਅਗਲੇ ਦਿਨਾਂ 'ਚ ਮੈਨੂੰ ਲੱਗਣ ਲੱਗਾ ਕਿ ਮੈਂ ਉਸ ਵੱਲ ਜ਼ਿਆਦਾ ਧਿਆਨ ਦੇ ਰਹੀ ਹਾਂ। ਹਫ਼ਤੇ ਕੁ ਵਿੱਚ ਉਹ ਮੇਰੇ ਨਾਲ ਕਾਫੀ ਘੁਲ ਗਿਆ ਸੀ। ਉਹ ਰੋਜ਼ ਮੇਰੇ ਤੋਂ ਕਈ ਸਵਾਲਾਂ ਦੇ ਜਵਾਬ ਪੁੱਛਣ ਲੱਗ ਪਿਆ। ਦਿਨ ਪ੍ਰਤੀ ਦਿਨ ਉਸ ਵਿੱਚ ਆ ਰਿਹਾ ਫਰਕ ਵੇਖ ਕੇ ਮੈਨੂੰ ਮਨ ਹੀ ਮਨ ਤਸੱਲੀ ਹੋ ਰਹੀ ਸੀ। ਮੈਨੂੰ ਉਹ ਪੈਨ ਵਾਲੀ ਗੱਲ ਭੁੱਲ ਗਈ ਹੋਈ ਸੀ। 2 ਹਫ਼ਤੇ ਲੰਘੇ ਹੋਣਗੇ। ਅੱਧੀ ਛੁੱਟੀ ਵੇਲੇ ਮੈਂ ਸਟਾਫ ਰੂਮ ਜਾਣ ਦੀ ਬਜਾਏ ਜਮਾਤ ਵਿੱਚ ਹੀ ਬੈਠੀ ਰਹੀ। ਮੰਗੂ ਵੀ ਜਮਾਤ 'ਚੋਂ ਬਾਹਰ ਨਹੀਂ ਗਿਆ। ਉਹ ਉੱਠਿਆ ਅਤੇ ਝਾਕਦਾ ਕਹਿੰਦਾ, ਭੈਣ ਜੀ, ਤਬੀਅਤ ਠੀਕ ਆ? ਉਸਦੇ ਸਵਾਲ 'ਤੇ ਮੈਨੂੰ ਹੈਰਾਨੀ ਵੀ ਹੋਈ ਪਰ ਚੰਗਾ ਵੀ ਲੱਗਾ। ਮਿੰਟ ਕੁ ਬਾਅਦ ਕਹਿੰਦਾ, ਭੈਣ ਜੀ, ਸਾਈਕਲ ਪਿੱਛੇ ਬੈਠ ਜਾਂਦੇ ਹੋ? ਉਸਦੇ ਸਵਾਲ 'ਤੇ ਮੈਨੂੰ ਹੈਰਾਨੀ ਦੇ ਨਾਲ ਉਤਸੁਕਤਾ ਵੀ ਹੋਈ। ਮੈਂ ਹਾਂ ਕਹਿਣ 'ਤੇ ਕਹਿੰਦਾ, ਇੱਕ ਬੇਨਤੀ ਕਰਨ ਲੱਗਾ, ਨਾ ਕਰਕੇ ਮੇਰਾ ਦਿਲ ਨਾ ਤੋੜ ਦਿਓ। ਉਸਦੀ ਗੱਲ ਨੇ ਮੇਰੀ ਉਤਸੁਕਤਾ ਵਧਾਈ ਕਿ ਉਹ ਕੀ ਕਹੂ। ਕੋਈ ਵੱਡਾ ਹੁੰਦਾ ਤਾਂ ਸ਼ਾਇਦ ਕੋਈ ਸ਼ੱਕ ਵੀ ਪੁੰਗਰਦਾ, ਪਰ ਨਿਆਣਾ ਹੋਣ ਕਾਰਨ ਸੋਈ ਉਸ ਪਾਸੇ ਨਾ ਗਈ। ਮੈਂ ਕਿਹਾ, ਦੱਸ ਦੇ ਸਹੀ, ਪਰ ਉਹ ਅੜ ਗਿਆ ਕਿ ਪਹਿਲਾਂ ਹਾਂ ਕਰਨ ਦਾ ਵਾਅਦਾ ਕਰੋ। ਕੋਲ ਖੜ੍ਹਾ ਹੋਣ ਕਾਰਨ ਮੈਂ ਉਸਦਾ ਹੱਥ ਫੜ ਕੇ ਪਿਆਰ ਨਾਲ ਕਿਹਾ ਕਿ ਮੇਰੇ ਵੱਸ ਹੋਇਆ ਤਾਂ ਨਾ ਨਹੀਂ ਕਰੂੰਗੀ। ਕਹਿੰਦਾ, ਕਿਸੇ ਦਿਨ ਛੁੱਟੀ ਤੋਂ ਬਾਅਦ ਸਾਡੇ ਘਰ ਚੱਲਿਓ। ਤੁਹਾਡੇ ਵਾਪਸ ਘਰ ਜਾਣ ਲਈ ਸ਼ਾਮ 5 ਵਜੇ ਵਾਲੀ ਬੱਸ ਵੀ ਚੜ੍ਹ ਕੇ ਜਾਊਂਗਾ। ਅਜੀਬ ਜਿਹਾ ਸਵਾਲ ਸੀ, ਪਰ ਬੱਚੇ ਦੀ ਮੰਗ ਅੱਗੇ ਮੈਂ ਕਿਹਾ, ਕਿਸ ਦਿਨ ਚੱਲਣਾ? ਕੱਲ੍ਹ ਨੂੰ, ਮੈਂ ਘਰ ਦੱਸ ਆਊਂਗਾ। ਨਾਲ ਹੀ ਉਸਦਾ ਚਿਹਰਾ ਗੁਲਾਬ ਦੇ ਫੁੱਲ ਵਾਂਗ ਖਿੜਦਾ ਹੋਇਆ ਮੈਂ ਆਪ ਵੇਖਿਆ। ਅਗਲੇ ਦਿਨ ਚਾਹ ਵਿੱਚ ਮੰਗੂ ਦੇ ਪੈਰ ਪੂੰਝੇ ਨਹੀਂ ਸੀ ਲੱਗ ਰਹੇ, ਪਰ ਜਮਾਤ ਦੇ ਸਾਰੇ ਕੰਮ ਉਹ ਠੀਕ ਠਾਕ ਕਰੀ ਜਾ ਰਿਹਾ ਸੀ। ਛੁੱਟੀ ਤੋਂ ਬਾਅਦ ਪਹਿਲਾਂ 3 ਵਾਰ ਪੁੱਛ ਹਟਿਆ ਸੀ ਕਿ ਕਦੋਂ 2 ਵਜੇ ਛੁੱਟੀ ਹੁੰਦੇ ਸਾਰ ਹੀ ਤੁਰ ਪਊਂਗੇ ਨਾ। ਛੁੱਟੀ ਹੋਈ, ਮੈਂ ਸਟਾਫ ਰੂਮ ਗਈ। ਹਾਜ਼ਰੀ ਰਜਿਸਟਰ 'ਚ ਦਸਤਖਤ ਕੀਤੇ ਕਿ ਵੇਖਿਆ ਮੰਗੂ ਸਾਈਕਲ ਦੀ ਪਿਛਲੀ ਸੀਟ 'ਤੇ ਕੱਪੜਾ ਮਾਰ ਰਿਹਾ ਸੀ। ਉਹਦੇ ਕੋਲ ਖੜ੍ਹਾ ਉਸਦਾ ਜਮਾਤੀ ਉਸਨੂੰ ਛੇੜ ਰਿਹਾ ਸੀ। ਅੱਜ ਤੋਂ ਸਾਈਕਲ ਬੜਾ ਲਿਸ਼ਕਾਇਆ ਹੋਇਆ, ਪਰ ਮੰਗੂ ਦੀ ਟਿਕਟਿਕੀ ਮੇਰੇ ਵੱਲ ਸੀ। ਸ਼ਾਇਦ ਉਸਦੇ ਮਨ ਵਿੱਚ ਮੇਰੇ ਉਸਦੇ ਘਰ ਜਾਣ ਬਾਰੇ ਭਰੋਸਾ ਨਾ ਵੱਜ ਰਿਹਾ ਹੋਵੇ। ਬੱਸ 'ਤੇ ਜਾਣ ਵਾਲੀਆਂ ਆਪਣੀਆਂ ਸਾਥਣਾਂ ਨੂੰ ਮੈਂ ਅਗਲੀ ਬੱਸ 'ਤੇ ਜਾਣ ਬਾਰੇ ਕਹਿ ਕੇ ਮੰਗੂ ਨੂੰ ਕਿਹਾ, ਚੱਲੀਏ। ਮੈਂ ਦੇਖਿਆ ਜਿਵੇਂ ਮੰਗੂ ਦਾ ਮਨ ਅਸਮਾਨ ਛਾਲਾਂ ਮਾਰਨ ਲੱਗ ਪਿਆ ਹੋਵੇ ਅਤੇ ਅਗਲੇ ਪਲ ਮੈਂ ਉਸਦੇ ਸਾਈਕਲ ਪਿੱਛੇ ਬੈਠੀ ਉਸਦੇ ਪਿੰਡ ਵੱਲ ਜਾ ਰਹੀ ਸੀ। ਮੰਗੂ ਵਾਹੋ ਦਾ ਹੀ ਸਾਈਕਲ ਭਜਾ ਰਿਹਾ ਸੀ। ਵਿੱਚ ਵਾਰ ਮੈਨੂੰ ਬੱਚੇ ਦੀ ਪਿੱਛੇ ਬੈਠੀ ਹੋਣਾ ਅਤੇ ਮੰਗੂ ਵੱਲੋਂ ਪੁਰਾਣੇ ਸਾਈਕਲ ਨੂੰ ਜ਼ੋਰ ਲਾ ਕੇ ਚਲਾਈ ਜਾਣਾ ਚੰਗਾ ਨਾ ਲੱਗਿਆ। ਉਸਦੇ ਘਰ ਤੋਂ ਪਹਿਲਾਂ ਕੁਝ ਰਸਤਾ ਕੱਚਾ ਸੀ। ਮੈਂ ਵੇਖਿਆ ਮੰਗੂ ਘੱਟਾ ਉੱਡਣ ਤੋਂ ਬਚਾਅ ਕਰ ਰਿਹਾ ਸੀ। ਸੋਚਦਾ ਹੋਊ ਭੈਣ ਜੀ ਦੇ ਕੱਪੜੇ ਨਾ ਖਰਾਬ ਹੋ ਜਾਣ। ਉਸਦੇ ਘਰ ਪਹੁੰਚ ਕੇ ਜੋ ਵੇਖਿਆ ਅਤੇ ਮਹਿਸੂਸ ਕੀਤਾ, ਉਸਦੇ ਜ਼ਿਕਰ ਲਈ ਸ਼ਬਦ ਪਾਉਣੇ ਪੈ ਜਾਣਗੇ। ਉਸਦਾ ਬਾਪ ਕਈ ਸਾਲ ਪਹਿਲਾਂ ਫੈਕਟਰੀ ਵਿੱਚ ਹੋਏ ਹਾਦਸੇ ਵਿੱਚ ਮਰ ਗਿਆ ਸੀ। ਉਸਦੀ ਤਾਈ ਉਸ ਤੋਂ ਪਹਿਲਾਂ ਮਰ ਗਈ ਹੋਣ ਕਾਰਨ ਪਿੰਡ ਵਾਲਿਆਂ ਦੇ ਕਹਿਣ 'ਤੇ ਉਸਦੀ ਮਾਂ ਅਤੇ ਤਾਇਆ ਪਤੀ ਪਤਨੀ ਬਣ ਗਏ ਸਨ ਅਤੇ ਤਾਈ ਦੇ 4 ਬੱਚਿਆਂ ਸਮੇਤ ਮੰਗੂ ਦੀ ਮਾਂ ਨੂੰ 7 ਬੱਚੇ ਪਾਲਣੇ ਅਤੇ ਸਾਂਭਣੇ ਪੈ ਰਹੇ ਸਨ। ਮੰਗੂ ਇਸ ਗੱਲ ਤੋਂ ਚਿੜਦਾ ਸੀ
ਕਿ ਉਸ ਦੀ ਮਾਂ ਉਸ ਦੇ ਚਚੇਰੇ ਭਰਾਵਾਂ ਨਾਲ ਵੀ ਉਸ ਦੇ ਜਿੰਨਾ ਹੀ ਪਿਆਰ ਕਿਉਂ ਕਰਦੀ ਆ। ਜਿੰਨੀ ਉਸ ਨੂੰ ਮਮਤਾ ਦੀ ਵੰਡ ਪਸੰਦ ਨਹੀਂ ਸੀ। ਉਧਰ ਉਸ ਦੀ ਮਾਂ ਨੂੰ ਡਰ ਰਹਿੰਦਾ ਮਤੇ ਕੋਈ ਵਿਤਕਰਾ ਹੋ ਜਾਵੇ ਤੇ ਉਸ ਨੂੰ ਕੋਈ ਮਤਰੇਈ ਨਾ ਕਹਿ ਦੇਵੇ। ਉਂਝ ਵੀ ਘਰ ਦਾ ਗੁਜ਼ਾਰਾ ਕਾਫੀ ਔਖਾ ਚੱਲਦਾ ਹੋਣ ਦੇ ਸਾਰੇ ਸਬੂਤ ਸਾਹਮਣੇ ਸਨ। ਮੇਰਾ ਉੱਥੇ ਜਾਣ ਦਾ ਚਾਅ ਮੰਗੂ ਵਾਂਗ ਹੀ ਮਾਂ ਤੋਂ ਵੀ ਸੰਭਾਲਿਆ ਨਹੀਂ ਸੀ ਜਾ ਰਿਹਾ। ਉਸ ਦੀ ਮਾਂ ਨੇ ਮੇਰੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ। ਵਾਰ-ਵਾਰ ਮੈਨੂੰ ਧੀਏ ਕਹਿਣਾ ਉਸ ਨੂੰ ਚੰਗਾ ਲੱਗ ਰਿਹਾ ਸੀ। ਮੈਨੂੰ ਉਸ ਵੇਲੇ ਹੋਰ ਹੈਰਾਨੀ ਹੋਈ ਜਦ ਪਤਾ ਲੱਗਾ ਕਿ ਮੰਗੂ ਨੇ ਉਹ ਪੈਨ ਚੋਰੀ ਵਾਲੀ ਸਾਰੀ ਕਹਾਣੀ ਆਪਣੀ ਮਾਂ ਨੂੰ ਵੀ ਦੱਸੀ ਹੋਈ ਸੀ। ਮੈਨੂੰ ਉਸ ਵੇਲੇ ਆਪਣੇ ਮਾਪਿਆਂ ਵੱਲੋਂ ਦਿੱਤੀਆਂ ਸਿੱਖਿਆਵਾਂ ਉੱਤੇ ਹੋਰ ਫਖਰ ਮਹਿਸੂਸ ਹੋਇਆ ਜਦ ਮੰਗੂ ਦੀ ਮਾਂ ਨੇ ਕਿਹਾ ਕਿ ਤੁਸੀਂ ਤਾਂ ਜੀ ਇਸ ਨੂੰ ਧੁਰ ਅੰਦਰ ਤੱਕ ਬਦਲ ਕੇ ਰੱਖਤਾ। ਮੰਗੂ ਨੇ ਮਾਂ ਨੂੰ ਦੱਸਤਾ ਕਿ ਜੇਕਰ ਉਸ ਦਿਨ ਭੈਣ ਜੀ ਸਾਰਿਆਂ ਦੇ ਸਾਹਮਣੇ ਮੇਰੀ ਜੇਬ ਵਿੱਚੋਂ ਪੈਨ ਕੱਢ ਕੇ ਮੈਨੂੰ ਚੋਰ ਕਹਿ ਦਿੰਦੇ ਤਾਂ ਮੈਂ ਸਕੂਲੋਂ ਆਉਂਦਿਆਂ ਨਹਿਰ 'ਚ ਛਾਲ ਮਾਰ ਦੇਣੀ ਸੀ ਤੇ ਫਿਰ ਪਤਾ ਨਹੀਂ ਲਾਸ਼ ਵੀ ਲੱਭਦੀ ਕਿ ਨਾ। ਤੂੰ ਤਾਂ ਧੀਏ ਭਰਾ ਨੂੰ ਮਰਨੋਂ ਹੀ ਨਹੀਂ ਬਚਾਇਆ, ਸਗੋਂ ਉਸ ਨੂੰ ਸਾਰੇ ਦਾ ਸਾਰਾ ਬਦਲਤਾ। ਤੁਰਨ ਵੇਲੇ ਉਸਨੇ ਮੈਨੂੰ ਕੁਝ ਕੱਪੜੇ ਦਿੰਦਿਆਂ ਇਹ ਕਹਿ ਕੇ ਮੇਰਾ ਮੂੰਹ ਬੰਦ ਕਰਤਾ, ਧੀਆਂ ਨੂੰ ਘਰੋਂ ਖਾਲੀ ਨਹੀਂ ਤੋਰੀਦਾ। ਤੇ ਉਸ ਦਿਨ ਤੋਂ ਬਾਅਦ ਮੰਗੂ ਵਿੱਚੋਂ ਮੈਨੂੰ ਸੱਚਮੁੱਚ ਦਾ ਭਰਾ ਦਿਸਣ ਲੱਗਿਆ। ਉਸ ਤੋਂ ਬਾਅਦ ਮੰਗੂ ਦੇ ਵਰਤਾਰੇ ਵਿੱਚ ਵੱਡਾ ਫਰਕ ਆਉਣ ਲੱਗਿਆ। ਮੈਂ ਜਾਣ ਗਈ ਸੀ ਕਿ ਉਸ ਦਾ ਪਰਿਵਾਰ ਉਸ ਦੀ ਪੜ੍ਹਾਈ ਦੇ ਕਈ ਖਰਚੇ ਉਠਾ ਸਕਣ ਦੇ ਸਮਰੱਥ ਨਹੀਂ ਸੀ। ਇਸ ਲਈ ਗਾਰੇ ਬਗਾਹੇ ਮੈਂ ਲੁਕਵੇਂ ਜਿਹੇ ਢੰਗ ਨਾਲ ਮੈਂ ਉਸ ਦੀ ਮਦਦ ਕਰਦੀ ਰਹਿੰਦੀ ਤਾਂ ਕਿ ਉਸ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਵੇ। ਉਹ ਆਪਣੀ ਜਮਾਤ ਵਿੱਚ ਉਹ ਅਵਲ ਆਉਣ ਵਾਲਿਆਂ ਦੀ ਕਤਾਰ ਵਿੱਚ ਖੜਨ ਲੱਗ ਪਿਆ ਸੀ ਤੇ ਸਾਰੇ ਸਕੂਲ ਲਈ ਹੈਰਾਨੀ ਉਸ ਵੇਲੇ ਹੋਈ ਜਦ ਬੋਰਡ ਵੱਲੋਂ ਲਏ ਜਾਂਦੇ 10ਵੀਂ ਦੇ ਇਮਤਿਹਾਨ ਦਾ ਨਤੀਜਾ ਨਿਕਲਿਆ। ਮੰਗੂ ਦਾ ਨਾਂ ਮੈਰਿਟ ਲਿਸਟ ਵਿੱਚ ਦੂਜੇ ਨੰਬਰ 'ਤੇ ਸੀ। ਸਾਰੇ ਪੰਜਾਬ ਵਿੱਚ ਸਾਡੇ ਸਕੂਲ ਦੀ ਗੱਲ ਹੋਣ ਲੱਗੀ। ਇੰਜ ਦਾ ਸੁਪਨਾ ਤਾਂ ਸਾਡੇ ਸਟਾਫ ਵਿੱਚੋਂ ਵੀ ਕਿਸੇ ਨੇ ਨਹੀਂ ਸੀ ਲਿਆ। ਸੂਬੇ ਵਿੱਚ ਦੂਜਾ ਨੰਬਰ ਤਾਂ ਦੂਰ ਦੀ ਗੱਲ, ਕਦੇ ਕਿਤੇ ਇਹ ਵੀ ਨਹੀਂ ਸੀ ਸੋਚਿਆ ਕਿ ਸਾਡੇ ਸਕੂਲ ਦਾ ਕੋਈ ਵਿਦਿਆਰਥੀ ਮੈਰਿਟ 'ਚ ਵੀ ਆ ਸਕਦਾ। ਸਰਕਾਰ ਅਤੇ ਕਈ ਸਮਾਜ ਸੇਵੀਆਂ ਵੱਲੋਂ ਉਸ ਨੂੰ ਵੱਡੇ ਵੱਡੇ ਤੋਹਫੇ ਦਿੱਤੇ ਗਏ। ਇੱਕ ਪਿਛੜੇ ਜਿਹੇ ਪਿੰਡ ਦੇ ਗਰੀਬ ਪਰਿਵਾਰ ਦਾ ਬੱਚਾ ਇੰਨੇ ਨੰਬਰ ਲੈ ਸਕਦਾ, ਸਭ ਨੂੰ ਹੈਰਾਨ ਕਰਨ ਵਾਲੀ ਗੱਲ ਸੀ। ਕਈ ਕਾਲਜਾਂ ਵੱਲੋਂ ਉਸ ਨੂੰ ਪੜ੍ਹਾਈ ਤੇ ਹੋਸਟਲ ਰਿਹਾਇਸ਼ ਮੁਫਤ ਦੇਣ ਦੀਆਂ ਪੇਸ਼ਕਸ਼ਾਂ ਕੀਤੀਆਂ ਗਈਆਂ। ਇਸ ਪ੍ਰਾਪਤੀ ਨੇ ਹੋਰ ਗੱਲਾਂ ਦੇ ਨਾਲ ਨਾਲ ਉਸ ਨੂੰ ਮੰਗੂ ਤੋਂ ਮੰਗਲਦਾਸ ਬਣਾ ਦਿੱਤਾ ਸੀ। ਉਸ ਦੇ ਯਾਰ ਵੇਲੇ ਵੀ ਉਸ ਨੂੰ ਮੰਗਲਦਾਸ ਕਹਿਣ ਲੱਗ ਪਏ, ਪਰ ਮੇਰੇ ਮੂੰਹੋਂ ਮੰਗਲਦਾਸ ਸੁਣਦਿਆਂ ਹੀ ਉਹ ਔਖਾ ਹੋ ਜਾਂਦਾ ਤੇ ਇੱਕ ਦਿਨ ਉਸਨੇ ਇਹ ਕਹਿ ਕੇ ਮੇਰੇ ਮੂੰਹ ਸੁਣਨ ਦਾ ਵਾਅਦਾ ਕਰ ਲਿਆ ਕਿ ਵੱਡੀਆਂ ਭੈਣਾਂ ਲਈ ਛੋਟਾ ਭਰਾ ਉਹੀ ਰਹਿੰਦਾ, ਚਾਹੇ ਉਹ ਪ੍ਰਧਾਨ ਮੰਤਰੀ ਕਿਉਂ ਨਾ ਬਣ ਜਾਵੇ। ਉਸ ਦੇ ਘਰ ਜਾਣ ਤੋਂ ਬਾਅਦ ਉਹ ਆਪਣੇ ਮਨ ਦੀ ਹਰ ਗੱਲ ਮੇਰੇ ਨਾਲ ਸਾਂਝੀ ਕਰਨ ਲੱਗ ਪਿਆ ਸੀ। ਇਸੇ ਕਰਕੇ ਅਗਲੀ ਪੜ੍ਹਾਈ ਬਾਰੇ ਉਸ ਦੇ ਸਵਾਲ ਬਾਰੇ ਫੈਸਲਾ ਲੈਣ ਵਿੱਚ ਮੈਨੂੰ ਕਈ ਦਿਨ ਲੱਗ ਗਏ। ਇਸੇ ਦੌਰਾਨ ਉਸ ਨੂੰ ਇੱਕ ਹੋਟਲ ਕੰਪਨੀ ਵੱਲੋਂ ਪੜ੍ਹਾਉਣ ਦੀ ਪੇਸ਼ਕਸ਼ ਆ ਗਈ, ਜਿਸ ਨੂੰ ਤੁਰੰਤ ਮੰਨਣ ਲਈ ਮੈਂ ਉਸ ਨੂੰ ਕਹਿ ਦਿੱਤਾ ਤੇ ਉਹ ਆਪਣੀ ਮਾਂ ਦੀ ਸਹਿਮਤੀ ਨਾਲ ਦਿੱਲੀ ਚਲੇ ਗਿਆ। ਉੱਥੇ ਉਹ ਦਿਨੇ ਕਾਲਜ ਜਾਂਦਾ ਤੇ ਸ਼ਾਮ ਨੂੰ ਆਪਣੀ ਮਰਜ਼ੀ ਨਾਲ ਕੁਝ ਘੰਟੇ ਉਸ ਵੱਡੇ ਹੋਟਲ ਵਿੱਚ ਜਾ ਕੇ ਉੱਥੇ ਹੁੰਦੇ ਪ੍ਰਬੰਧਾਂ ਨੂੰ ਵੇਖਦਾ ਰਹਿੰਦਾ। ਕੁਝ ਸਿੱਖਣ ਦੀ ਰੁਚੀ ਕਾਰਨ ਹੋਟਲ ਅਮਲੇ ਵਾਲੇ ਉਸ ਨੂੰ ਪਿਆਰ ਕਰਦੇ। ਇੰਜ ਉਸ ਨੇ ਆਪਣੀ ਉਚੇਰੀ ਪੜ੍ਹਾਈ ਦੇ ਨਾਲ ਨਾਲ ਪ੍ਰਾਹੁਣਾਚਾਰੀਆਂ ਦੀਆਂ ਬਰੀਕੀਆਂ ਨੂੰ ਸਮਝਦਾ ਅਤੇ ਮਾਹਰ ਹੁੰਦਾ ਗਿਆ। ਇੱਥੇ ਆ ਕੇ ਰਾਜ ਰਾਣੀ ਕੁਝ ਰੁਕੀ। ਮੈਂ ਵੇਖਿਆ ਕਿ ਉਸ ਦੇ ਚਿਹਰੇ 'ਤੇ ਜਿੱਤ ਦਾ ਨੂਰ ਆ ਗਿਆ ਹੋਵੇ। ਸ਼ਾਇਦ ਉਹ ਕਹਿਣਾ ਚਾਹੁੰਦੀ ਹੋਵੇ ਕਿ ਕੋਈ ਮਨੁੱਖ ਸਾਰਾ ਕੁਝ ਮਾਂ ਦੇ ਪੇਟ 'ਚੋਂ ਸਿੱਖ ਕੇ ਨਹੀਂ ਆਉਂਦਾ, ਹਾਲਾਤ ਉਸ ਨੂੰ ਆਪਣੀ ਸੱਚੀ ਵਿੱਚ ਢਾਲਦੇ ਨੇ। ਬਸ ਮਨਜੀਤ ਜੀ, ਇਸ ਤੋਂ ਅਗਾਂਹ ਮੰਗਲਦਾਸ ਦੇ ਹੁਣ ਦੇ ਮੁਕਾਮ 'ਤੇ ਉਸ ਦੀਆਂ ਸਫਲਤਾਵਾਂ ਬਾਰੇ ਸਾਰਾ ਕੁਝ ਤੁਸੀਂ ਉਸ ਲੇਖ ਵਿੱਚ ਪੜ੍ਹ ਚੁੱਕੇ ਹੋ। ਮੇਰੇ ਕੋਲ ਵੀ ਉਸ ਤੋਂ ਹੋਰ ਪੁੱਛਣ ਲਈ ਤਾਂ ਕੁਝ ਨਹੀਂ ਸੀ ਬਚਿਆ, ਪਰ ਸਮਾਜ ਨੂੰ ਕੀਤੇ ਜਾਣ ਵਾਲੇ ਸਮਾਲਾਂ ਦੀ ਪੰਡ ਦਾ ਭਾਰ ਲੈ ਕੇ ਮੈਂ ਆਪਣੇ ਸ਼ਹਿਰ ਦਾ ਸਫ਼ਰ ਮੁਕਾਉਂਦੇ ਹੋਏ ਸੋਚ ਰਿਹਾ ਸੀ ਕਿ ਸਮਾਜ ਸਿਰਜਣਾ ਲਈ ਕੁਦਰਤ ਨੇ ਬਹੁਤ ਸਾਰੀਆਂ ਰਾਸ ਰਾਣੀਆਂ ਕਿਉਂ ਪੈਦਾ ਨਹੀਂ ਕੀਤੀਆਂ। ਧੰਨਵਾਦ ਜੀ। ਇਹੋ ਜਿਹੀਆਂ ਕਹਾਣੀਆਂ ਅਤੇ ਨਾਵਲ ਸੁਣਨ ਲਈ ਬਣੇ ਰਹੋ ਚੈਨਲ ਦੇ ਨਾਲ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ।